ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਉ। ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਿਲਾ ਪੰਜਵਾ। ਸੁਣੀਅਤ ਪ੍ਰਭ ਤਉ ਸਗਲ ਉਦਾਹਰਣ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨ ਹੈ ਵਿਸਾਰਣ। ਰਹਾਉ ਸੁਣੀਅਤ ਪ੍ਰਭ ਤਉ ਸਗਲ ਉਦਾਹਰਣ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨ ਹੈ ਵਿਸਾਰਣ। ਰਹਾਉ ਸੰਚ ਬਿਖਿਆ ਲੈ ਗ੍ਰਾਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ। ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ। ਇਨ ਤੇ ਕਾਢ ਲਿਹੋ ਮੇਰੇ ਸੁਆਮੀ ਹਾਰ ਪਰੇ ਤੁਮ ਸ਼ਰਨ। ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ। ਇਨ ਤੇ ਕਾਢ ਲਿਹੋ ਮੇਰੇ ਸੁਆਮੀ ਹਾਰ ਪਰੇ ਤੁਮ ਸ਼ਰਨ। ਨਾਨਕ ਕੀ ਬੇਨੰਤੀ ਪ੍ਰਭ ਪੈ
ਸਾਧ ਸੰਗ ਰੰਕ ਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਸ਼ਬਦ ਅਸਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਨੇ ਰਾਗ ਬਿਲਾਵਲ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 820 ਉੱਤੇ ਇਸ ਸ਼ਬਦ ਨੂੰ ਦਰਜ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਸ ਸ਼ਬਦ ਦੇ ਵਿੱਚ ਕੀ ਸਮਝਾ ਰਹੇ ਹਨ, ਇਸ ਗੱਲ ਦਾ ਪਤਾ ਸ਼ਬਦ ਦੇ ਰਹਾਉ ਵਾਲੇ ਅੰਕ ਤੋਂ ਲੱਗਦਾ ਹੈ। ਸਤਿਗੁਰੂ ਪਾਤਸ਼ਾਹ ਸ਼ਬਦ ਦੇ ਰਹਾਉ ਵਾਲੇ ਅੰਕ ਵਿੱਚ ਕਹਿ ਰਹੇ ਹਨ ਕਿ ਉਸ ਪਰਮਾਤਮਾ ਦਾ ਸੁਭਾਅ ਬੜਾ ਹੀ ਦਿਆਲੂ ਹੈ, ਬੜਾ ਹੀ ਕਿਰਪਾਲੂ ਹੈ। ਸਾਧ ਸੰਗਤ ਜੀ, ਰਹਾਉ ਵਾਲੇ ਅੰਕ ਵਿੱਚ ਪੂਰੇ ਸ਼ਬਦ ਦਾ ਸੰਖੇਪ ਜਿਹਾ ਭਾਵ ਦਿੱਤਾ ਹੁੰਦਾ ਹੈ। ਇਸ ਨੂੰ ਸ਼ਬਦ ਦਾ ਸੈਂਟਰਲ ਆਈਡੀਆ ਕਹਿ ਲਓ ਜਾਂ ਫਿਰ ਕੇਂਦਰੀ ਭਾਵ ਕਹਿ ਦਿੱਤਾ ਜਾਂਦਾ ਹੈ। ਰਹਾਉ ਵਾਲੇ ਅੰਕ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਸਮਝਾ ਰਹੇ ਹਨ, ਆਓ ਇਸ ਅੰਕ ਨੂੰ ਸਰਵਣ ਕਰਦੇ ਹਾਂ। ਸੁਣੀਅਤ ਪ੍ਰਭ ਤੋ ਸਗਲ ਉਦਾਹਰਣ, ਮੋਹ ਮਗਨ ਪਤਿਤ ਸੰਗ ਪ੍ਰਾਣੀ, ਐਸੇ ਮਨੇ ਵਿਸਾਰਣ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਆਨ ਕਰਦੇ ਹਨ, ਸੁਨੀਅਤ। ਸੁਨੀਅਤ ਦਾ ਅਰਥ ਹੈ ਸੁਣਿਆ ਜਾਂਦਾ ਹੈ, ਇਹ ਗੱਲ ਸੁਣਨ ਵਿੱਚ ਆਉਂਦੀ ਹੈ। ਸਤਿਗੁਰੂ ਜੀ ਬਿਆਨ ਕਰਦੇ ਹਨ, ਸੁਨੀਅਤ ਪ੍ਰਭ ਤੋ ਸਗਲ ਉਦਾਹਰਣ। ਪ੍ਰਭ ਦਾ ਅਰਥ ਹੈ ਪਰਮਾਤਮਾ, ਤੋ ਦਾ ਅਰਥ ਹੈ ਤੇਰੇ ਬਾਰੇ, ਸਗਲ ਦਾ ਅਰਥ ਹੈ ਸਾਰੇ ਹੀ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਹਨ, ਇਹ ਉਹਨਾਂ ਦੇ ਲਈ ਵਰਤਿਆ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸੁਨੀਅਤ, ਇਹ ਗੱਲ ਸੁਣਨ ਵਿੱਚ ਆਈ ਹੈ। ਮੈਂ ਆਪਣੇ ਜੀਵਨ ਦੇ ਵਿੱਚ ਇਹ ਗੱਲ ਸੁਣੀ ਹੈ ਕਿ ਉਸ ਪਰਮਾਤਮਾ ਦੇ ਬਾਰੇ ਇਹ ਗੱਲ ਸੁਣਨ ਵਿੱਚ ਆਉਂਦੀ ਹੈ ਕਿ ਉਹ ਸਾਰਿਆਂ ਦਾ ਹੀ ਉਧਾਰ ਕਰਨ ਵਾਲਾ ਹੈ। ਸੁਣੀਅਤ ਪ੍ਰਭ ਤੋ ਸਗਲ ਉਦਾਹਰਣ। ਹੇ ਮੇਰੇ ਪਰਮਾਤਮਾ, ਮੇਰੇ ਮਾਲਕ ਵਾਹਿਗੁਰੂ, ਤੇਰੇ ਬਾਰੇ ਇਹ ਸੁਣਿਆ ਜਾਂਦਾ ਹੈ ਕਿ ਤੂੰ ਸਾਰਿਆਂ ਦਾ ਹੀ ਉਧਾਰ ਕਰਨ ਵਾਲਾ ਹੈ। ਕਿਸ ਤਰ੍ਹਾਂ ਸਭ ਦਾ ਉਧਾਰ ਕਰਦਾ ਹੈ, ਇਹ ਗੱਲ ਪਾਤਸ਼ਾਹ ਅੱਗੇ ਬਿਆਨ ਕਰਦੇ ਨੇ। ਮੋਹ ਮਗਨ ਪਤਿਤ ਸੰਗ ਪ੍ਰਾਣੀ, ਐਸੇ ਮਨਹਿ ਵਿਸਾਰਣ। ਸ਼ਬਦ ਦੇ ਪੂਰੇ ਅਰਥ ਨੂੰ ਸਮਝਣ ਦੇ ਲਈ, ਡੂੰਘਾਈ ਦੇ ਵਿੱਚ ਜਾਣ ਲਈ ਸਾਨੂੰ ਇਸ ਸ਼ਬਦ ਦੇ ਕੱਲੇ ਕੱਲੇ ਅੱਖਰ ਦਾ ਅਰਥ ਪਤਾ ਹੋਣਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਬਚਨ ਕਰਦੇ ਹਨ, ਮੋਹ ਮਗਨ। ਮੋਹ ਦਾ ਭਾਵ ਹੈ ਸੰਸਾਰ ਦੇ ਨਾਲ, ਦੁਨੀਆ ਦੇ ਨਾਲ, ਇਸ ਨਾਸ਼ਵਾਨ ਦੁਨੀਆ ਦੀਆਂ ਚੀਜ਼ਾਂ ਦੇ ਨਾਲ, ਘਰ ਗ੍ਰਸਤੀ ਦੇ ਨਾਲ ਜੋ ਮਨੁੱਖ ਨੇ ਸਦੀਵੀ ਪਿਆਰ ਬਣਾਇਆ ਹੋਇਆ ਹੈ, ਜਿਸ ਨੂੰ ਮਨੁੱਖ ਦਾ ਛੱਡਣ ਨੂੰ ਦਿਲ ਹੀ ਨਹੀਂ ਕਰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰ ਇਹ ਕੈਸਾ ਬਣ ਗਿਆ, ਮੋਹ ਮਗਨ। ਮਗਨ ਦਾ ਅਰਥ ਹੁੰਦਾ ਮਸਤ ਹੋ ਜਾਣਾ। ਅਸੀਂ ਆਮ ਵੇਖਦੇ ਹਾਂ ਸੰਸਾਰ ਵਿੱਚ, ਜਦੋਂ ਕਿਸੇ ਮਨੁੱਖ ਦਾ ਧਿਆਨ ਪੂਰੀ ਤਰ੍ਹਾਂ ਕਿਸੇ ਕੰਮ ਦੇ ਵਿੱਚ ਖੁੱਭ ਜਾਏ, ਉਸ ਨੂੰ ਆਪਣੇ ਕੰਮ ਦੇ ਵਿੱਚ ਇੰਨਾ ਇੰਟਰਸਟ ਹੋ ਜਾਏ ਕਿ ਉਸ ਨੂੰ ਆਲੇ ਦੁਆਲੇ ਦੀ ਖਬਰ ਹੀ ਨਾ ਰਵੇ, ਫਿਰ ਅਸੀਂ ਕਹਿੰਦੇ ਹਾਂ ਬਈ ਮਸਤ ਹੋ ਗਿਆ, ਹੁਣ ਇਹਨੂੰ ਤਾਂ ਆਸ-ਪਾਸ ਦੀ ਕੋਈ ਖਬਰ ਨਹੀਂ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਬੜੀ ਸਰਲ ਜਿਹੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਹੈ ਕਿ ਇਹ ਮਨੁੱਖ ਜਿਹੜਾ ਹੈ, ਇਹ ਦੁਨੀਆ ਦੇ ਮੋਹ ਦੇ ਵਿੱਚ ਮਗਨ ਹੋ ਚੁੱਕਾ ਹੈ, ਪੂਰੀ ਤਰ੍ਹਾਂ ਦੁਨੀਆ ਦੇ ਮੋਹ ਵਿੱਚ ਖੁੱਭ ਚੁੱਕਾ ਹੈ। ਆਪਣੇ ਘਰ ਦੇ ਨਾਲ, ਪਰਿਵਾਰ ਦੇ ਨਾਲ, ਦੁਨੀਆ ਦੀਆਂ ਚੀਜ਼ਾਂ ਦੇ ਨਾਲ ਇਹਦਾ ਐਸਾ ਪਿਆਰ ਪੈ ਗਿਆ ਕਿ ਹੁਣ ਇਹ ਮਸਤ ਹੋ ਚੁੱਕਾ ਹੈ।
ਸਤਿਗੁਰੂ ਪਾਤਸ਼ਾਹ ਨੇ ਅਗਲੇ ਸ਼ਬਦ ਕਹੇ ਹਨ, ਪਤਿਤ ਸੰਗ ਪ੍ਰਾਣੀ। ਪਤਿਤ ਦਾ ਅਰਥ ਹੁੰਦਾ ਹੈ ਜੋ ਇਖਲਾਕ ਤੋਂ ਡਿੱਗ ਜਾਏ, ਭੈੜੇ ਕਰਮ ਕਰਨ ਵਾਲਾ। ਸੰਗ ਦਾ ਅਰਥ ਹੈ ਨਾਲ, ਪ੍ਰਾਣੀ ਦਾ ਅਰਥ ਹੁੰਦਾ ਹੈ ਮਨੁੱਖ। ਪਾਤਸ਼ਾਹ ਬਚਨ ਕਰਦੇ ਹਨ, ਪਤਿਤ ਸੰਗ ਪ੍ਰਾਣੀ। ਇਸ ਮਨੁੱਖ ਦਾ ਸੰਗ, ਇਸ ਮਨੁੱਖ ਦੀ ਸੰਗਤ ਪਤਿਤ ਮਨੁੱਖਾਂ ਦੇ ਨਾਲ ਹੋ ਗਈ ਹੈ। ਹੁਣ ਇਸ ਦਾ ਬੈਠਣਾ, ਉੱਠਣਾ, ਬੋਲਣਾ, ਚੱਲਣਾ ਇਹ ਸਭ ਪਤਿਤਾਂ ਦੇ ਨਾਲ ਹੋ ਗਿਆ, ਕਿਉਂਕਿ ਇਸ ਨੇ ਸੰਗਤ ਹੀ ਭੈੜੇ ਮਨੁੱਖਾਂ ਦੀ ਕਰ ਲਈ। ਅਤੇ ਸਤਿਗੁਰੂ ਪਾਤਸ਼ਾਹ ਨੇ ਤੀਜੀ ਗੱਲ ਕਹੀ ਹੈ, ਐਸੇ ਮਣੇ ਵਿਸਾਰਨ। ਐਸੇ ਮਨੁੱਖ ਜਿਨ੍ਹਾਂ ਨੇ ਪਰਮਾਤਮਾ ਨੂੰ ਉੱਕਾ ਹੀ ਭੁਲਾ ਦਿੱਤਾ ਹੈ। ਐਸੇ ਦਾ ਅਰਥ ਹੈ ਇਸ ਤਰ੍ਹਾਂ ਦੇ। ਮਣੇ ਦਾ ਅਰਥ ਹੈ ਮਨ ਤੋਂ, ਵਿਸਾਰਨ ਦਾ ਅਰਥ ਹੁੰਦਾ ਹੈ ਭੁਲਾ ਦੇਣਾ, ਉੱਕਾ ਹੀ ਵਿਸਾਰ ਦੇਣਾ। ਅਤੇ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਤਿੰਨ ਗੱਲਾਂ ਨੂੰ ਸਮਝਾਉਂਦਿਆਂ ਕਿਹਾ ਕਿ ਇਸ ਦੁਨੀਆਦਾਰ ਮਨੁੱਖ ਦੀ ਹਾਲਤ ਵੇਖੋ। ਇਸ ਨੇ ਮੋਹ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਚਿਤ ਕਰ ਲਿਆ ਹੈ। ਇਸ ਦਾ ਸੰਗ, ਬੈਠਣਾ ਉੱਠਣਾ ਪਾਪੀ ਅਤੇ ਇਖਲਾਕ ਤੋਂ ਡਿੱਗੇ ਹੋਏ ਮਨੁੱਖਾਂ ਦੇ ਨਾਲ ਹੋ ਗਿਆ। ਅਜਿਹੇ ਮਨੁੱਖ ਨੇ ਉਸ ਪਰਮਾਤਮਾ ਨੂੰ ਉੱਕਾ ਹੀ ਮਨ ਤੋਂ ਭੁਲਾ ਦਿੱਤਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਪਰ ਫਿਰ ਵੀ ਉਹ ਪਰਮਾਤਮਾ ਦਾ ਸੁਭਾਅ ਵੇਖੋ, ਕੈਸਾ ਪਿਆਰਾ ਸੁਭਾਅ ਹੈ ਉਸ ਪਿਆਰੇ ਦਾ। ਸਤਿਗੁਰੂ ਜੀ ਕਹਿ ਰਹੇ ਨੇ, ਸੁਨੀਅਤ ਪ੍ਰਭ ਤਉ ਸਗਲ ਉਦਾਹਰਣ। ਉਹ ਤਾਂ ਸਾਰਿਆਂ ਦਾ ਹੀ ਉਧਾਰ ਕਰਨ ਵਾਲਾ ਹੈ। ਉਹ ਸਾਰਿਆਂ ਨੂੰ ਹੀ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ। ਕਿਉਂਕਿ ਤਿੰਨ ਗੱਲਾਂ ਜਿਹੜੀਆਂ ਸੰਸਾਰ ਵਿੱਚ ਆਮ ਦੇਖਣ ਨੂੰ ਆਉਂਦੀਆਂ ਹਨ, ਉਹ ਸਤਿਗੁਰੂ ਜੀ ਨੇ ਦੱਸ ਦਿੱਤੀਆਂ। ਮੋਹੋ ਮਗਨ ਪਤਿਤ ਸੰਗ ਪ੍ਰਾਣੀ, ਐਸੇ ਮਣੇ ਵਿਸਾਰਨ। ਅਜਿਹੇ ਮਨੁੱਖ ਜੋ ਮੋਹ ਵਿੱਚ ਖਚਿਤ ਹਨ, ਜੋ ਵਿਕਾਰਾਂ ਵਿੱਚ ਡਿੱਗੇ ਹੋਏ ਹਨ, ਅਤੇ ਜਿਨ੍ਹਾਂ ਨੇ ਤੈਨੂੰ ਉੱਕਾ ਹੀ ਮਨ ਤੋਂ ਵਿਸਾਰ ਦਿੱਤਾ ਹੈ। ਮੇਰੇ ਪਰਮਾਤਮਾ, ਮੇਰੇ ਵਾਹਿਗੁਰੂ ਜੀਓ, ਸੁਨੀਅਤ ਪ੍ਰਭ ਤਉ ਸਗਲ ਉਦਾਹਰਣ। ਤੇਰੇ ਬਾਰੇ ਸੁਣਿਆ ਜਾਂਦਾ ਹੈ ਕਿ ਤੂੰ ਇਹਨਾਂ ਸਾਰਿਆਂ ਨੂੰ ਹੀ ਸੰਸਾਰ ਸਾਗਰ ਤੋਂ ਪਾਰ ਉਤਾਰ ਸਕਦਾ ਹੈ। ਸਭ ਨੂੰ ਇਸ ਭਵਜਲ ਤੋਂ ਉਤਾਰ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਇਸ ਰਹਾਉ ਦੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਉਸ ਵਾਹਿਗੁਰੂ ਦਾ, ਦੀਨ ਦਿਆਲ ਪ੍ਰਭੂ ਦਾ ਸੁਭਾਅ ਬਿਆਨ ਕੀਤਾ ਹੈ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਸ ਪਰਮਾਤਮਾ ਦੇ ਸੁਭਾਅ ਬਾਰੇ ਬੜਾ ਸੋਹਣਾ ਬਿਆਨ ਕਰਦੇ ਹਨ। ਕਹਿੰਦੇ ਉਹ ਪਰਮਾਤਮਾ ਕਿਹੋ ਜਿਹਾ ਹੈ ਜਿਹੜਾ ਉਸ ਦੀ ਸ਼ਰਨ ਵਿੱਚ ਆ ਜਾਵੇ, ਚਾਹੇ ਉਹ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਆਪਣੇ ਪਿਛਲੇ ਕਰਮਾਂ ਨੂੰ ਭੁਲਾ ਦੇਵੇ, ਆਪਣੇ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਪਿਛਲੇ ਕੀਤੇ ਹੋਏ ਔਗਣਾਂ ਦੀ ਮੁਆਫੀ ਮੰਗ ਲਵੇ ਅਤੇ ਅੱਗੇ ਤੋਂ ਇਹ ਗੱਲ ਦ੍ਰਿੜ ਕਰ ਲਵੇ ਕਿ ਮੈਂ ਕਦੇ ਪਾਪ ਨਹੀਂ ਕਰਨੇ, ਤਾਂ ਫਿਰ ਉਹ ਮਾਲਕ ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਦਾ। ਬਿਰਧ ਦਾ ਅਰਥ ਹੁੰਦਾ ਹੈ ਸੁਭਾਅ, ਨਿੱਤ ਦਾ ਕਰਮ। ਅਸੀਂ ਕਹਿੰਦੇ ਹਾਂ ਇਸ ਮਨੁੱਖ ਦਾ ਤਾਂ ਰੋਜ਼ ਦਾ ਕੰਮ ਹੀ ਇਹ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਬਿਰਧ ਲਫ਼ਜ਼ ਵਰਤਿਆ ਹੈ। ਕਹਿੰਦੇ ਉਸ ਪਰਮਾਤਮਾ ਦਾ ਤਾਂ ਰੋਜ਼ ਦਾ ਹੀ ਸੁਭਾਅ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਸ ਨੂੰ ਫਿਰ ਉਹ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਇਉਂ ਹੀ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਕਿਵੇਂ ਉਹ ਪਰਮਾਤਮਾ ਆਪਣੇ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ। ਗਣਿਕਾ ਪਾਪਨ, ਜਿਸ ਨੇ ਕਿੰਨੇ ਹੀ ਵਿਵਚਾਰ ਕੀਤੇ, ਮਾੜੇ ਕਰਮ ਕੀਤੇ, ਉਸ ਪਰਮਾਤਮਾ ਦਾ ਨਾਮ ਜਪਿਆ, ਸ਼ਰਨ ਵਿੱਚ ਆ ਗਈ, ਤਾਂ ਉਸ ਨੂੰ ਵੀ ਇਸ ਸੰਸਾਰ ਸਾਗਰ ਤੋਂ ਤਾਰ ਲਿਆ। ਅਜਮਲ ਪਾਪੀ ਨੂੰ ਕੌਣ ਨਹੀਂ ਜਾਣਦਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੱਸਦੀ ਹੈ ਕਿ ਉਹਨਾਂ ਮਨੁੱਖਾਂ ਨੂੰ ਵੀ ਕੇਵਲ ਸ਼ਰਨ ਆਉਣ ਦੇ ਨਾਲ ਇਹ ਸੰਸਾਰ ਸਾਗਰ ਤੋਂ ਮੁਕਤੀ ਮਿਲ ਗਈ। ਅਤੇ ਸਤਿਗੁਰੂ ਪਾਤਸ਼ਾਹ ਹੋਰ ਵੀ ਦੱਸਦੇ ਹਨ ਕਿ ਜਿਹੜਾ ਮਨੁੱਖ ਉਸ ਪਰਮਾਤਮਾ ਦੀ ਇੱਕ ਵਾਰ ਸ਼ਰਨ ਦੇ ਵਿੱਚ ਆਉਂਦਾ ਹੈ, ਉਸ ਪਿਆਰੇ ਦੇ ਸੁਭਾਅ ਦੇ ਅਨੁਸਾਰ ਆਪਣੇ ਸੁਭਾਅ ਨੂੰ ਢਾਲ ਲੈਂਦਾ ਹੈ, ਫਿਰ ਉਹ ਕਦੇ ਜਾਤ, ਰੰਗ, ਨਸਲ, ਭੇਦ, ਵਰਨ, ਚਿਹਨ ਕਿਸੇ ਦਾ ਵੀ ਵਿਤਕਰਾ ਨਹੀਂ ਕਰਦਾ। ਨਾ ਹੀ ਉਹ ਕਿਸੇ ਦੀ ਉੱਚੀ ਕੁਲ ਨੂੰ ਦੇਖਦਾ ਹੈ, ਨਾ ਉਹ ਉੱਚੀ ਜਾਤ ਨੂੰ ਦੇਖਦਾ ਹੈ, ਨਾ ਉਹ ਰੰਗ ਨੂੰ ਦੇਖਦਾ ਹੈ, ਨਾ ਉਹ ਕਿਸੇ ਵਰਨ ਨੂੰ ਦੇਖਦਾ ਹੈ। ਉਸ ਦੀ ਜੋ ਸ਼ਰਨ ਵਿੱਚ ਆ ਗਿਆ ਉਸ ਨੂੰ ਗਲ ਦੇ ਨਾਲ ਲਾ ਲੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਵੀ ਸਮਝਾ ਰਹੇ ਹਨ,
ਕਹਿੰਦੇ ਜਦੋਂ ਭਗਤ ਨਾਮਦੇਵ ਜੀ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਤਾਂ ਉਸ ਪਰਮਾਤਮਾ ਨੇ ਆਪਣਾ ਸੇਵਕ ਬਣਾ ਲਿਆ ਅਤੇ ਉਸ ਦੀ ਮਹਿਮਾ, ਉਸ ਦੀ ਵਡਿਆਈ ਸਾਰੀ ਦੁਨੀਆ ਦੇ ਵਿੱਚ ਹੋਣ ਲੱਗੀ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਗੋਵਿੰਦ ਗੋਵਿੰਦ ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਕਹਿੰਦੇ ਕੇਵਲ ਅੱਧੀ ਕੌਡੀ ਦਾ ਮਨੁੱਖ, ਜਿਸ ਦੀ ਸੰਸਾਰ ਦੇ ਵਿੱਚ ਕੋਈ ਪਾਇਆ ਨਹੀਂ ਸੀ, ਉਹ ਹੁਣ ਲੱਖਾਂ ਕਰੋੜਾਂ ਦਾ ਬਣ ਗਿਆ। ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਅਤੇ ਸਤਿਗੁਰੂ ਪਾਤਸ਼ਾਹ ਨਾਲ ਹੀ ਕਹਿੰਦੇ ਹਨ ਕਿ ਰਵਿਦਾਸ ਭਗਤ ਜੀ, ਜਿਨ੍ਹਾਂ ਨੂੰ ਚਮਿਆਰ ਜਾਤੀ ਦਾ ਕਿਹਾ ਜਾਂਦਾ ਸੀ, ਉਸ ਦੀ ਵੀ ਜਾਤ ਦਾ, ਕੁਲ ਦਾ, ਕਿਸੇ ਵਰਣ ਦਾ ਕੋਈ ਭੇਦ ਨਹੀਂ ਕੀਤਾ। ਜਦੋਂ ਨਾਮ ਜਪਿਆ, ਸਤ ਸੰਗਤ ਕੀਤੀ ਭਲੇ ਪੁਰਸ਼ਾਂ ਦੀ, ਤਾਂ ਫਿਰ ਉਸ ਨੂੰ ਵੀ ਆਪਣੇ ਗਲ ਦੇ ਨਾਲ ਲਾ ਲਿਆ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਅਤੇ ਸਤਿਗੁਰੂ ਪਾਤਸ਼ਾਹ ਨੇ ਅਗਲੀ ਗੱਲ ਕਹੀ ਹੈ ਕਿ ਇੱਕ ਲੋਕਾਂ ਦੀਆਂ ਬੁੱਤੀਆਂ ਕੱਟਣ ਵਾਲਾ ਸੈਣ ਨਾਈ, ਜਿਹੜਾ ਘਰ ਘਰ ਜਾ ਕੇ ਸੁਨੇਹੇ ਪਹੁੰਚਾਇਆ ਕਰਦਾ ਸੀ, ਉਸ ਦੀ ਵੀ ਜਾਤ ਜਾਂ ਕੁਲ ਦਾ, ਵਰਣ ਦਾ ਕੋਈ ਭੇਦ ਨਹੀਂ ਕੀਤਾ ਉਸ ਪਰਮਾਤਮਾ ਨੇ। ਜਦੋਂ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ, ਭਗਤ ਸੈਣ ਜੀ ਨੇ ਉਸ ਵਾਹਿਗੁਰੂ ਨੂੰ ਯਾਦ ਕੀਤਾ, ਫਿਰ ਇਸ ਨੂੰ ਵੀ ਆਪਣੇ ਗਲ ਦੇ ਨਾਲ ਲਾ ਲਿਆ। ਅਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ, ਜਦੋਂ ਇਹਨਾਂ ਸੰਸਾਰ ਦੇ ਵਿੱਚ ਨੀਵੀਆਂ ਜਾਤੀਆਂ ਦੇ ਕਹੇ ਜਾਣ ਵਾਲੇ ਮਨੁੱਖਾਂ ਬਾਰੇ ਭਗਤ ਧੰਨਾ ਜੀ ਸੁਣਦੇ ਹਨ, ਤਾਂ ਫਿਰ ਉਹ ਵੀ ਉੱਠ ਕੇ ਭਗਤੀ ਕਰਨ ਲੱਗ ਪਏ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗਾ। ਅਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਵੀ ਇਹੀ ਸਮਝਾ ਰਹੇ ਹਨ, ਭਾਈ ਉਹ ਪਰਮਾਤਮਾ ਸਭ ਦਾ ਉਧਾਰ ਕਰਨ ਵਾਲਾ ਹੈ, ਉਹ ਤਾਂ ਸਾਰਿਆਂ ਨੂੰ ਹੀ ਤਾਰਨ ਵਾਲਾ ਹੈ, ਲੋੜ ਤਾਂ ਕੇਵਲ ਉਸ ਦੀ ਸ਼ਰਨ ਦੇ ਵਿੱਚ ਆਉਣ ਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਹਨ, ਕਹਿੰਦੇ ਮੈਂ ਤਾਂ ਸੁਣਿਆ ਸੀ ਕਿ ਉਹ ਪਰਮਾਤਮਾ ਕੇਵਲ ਆਪਣੇ ਭਗਤਾਂ ਨੂੰ ਹੀ ਸੰਸਾਰ ਤੋਂ ਪਾਰ ਉਤਾਰਾ ਕਰਦਾ ਹੈ, ਉਹ ਤਾਂ ਕੇਵਲ ਆਪਣੇ ਭਗਤਾਂ ਦੀ ਇਲਾਜ ਕਰਨ ਵਾਲਾ ਹੈ। ਅਤੇ ਮੇਰਾ ਮਨ ਤਾਂ ਨਿਰਾਸ਼ ਹੋ ਜਾਂਦਾ ਹੈ ਇਹ ਸੁਣ ਕੇ ਕਿ ਜਦੋਂ ਉਹ ਭਗਤਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਪਾਪੀਆਂ ਨੂੰ ਪਿਆਰ ਨਹੀਂ ਕਰਦਾ, ਮੇਰਾ ਮਨ ਨਿਰਾਸ਼ ਹੋ ਜਾਂਦਾ ਹੈ, ਮੇਰਾ ਮਨ ਬੁੱਝ ਜਾਂਦਾ ਹੈ। ਅਤੇ ਪਰ ਨਾਲ ਹੀ ਜਦੋਂ ਮੈਂ ਸੁਣਦਾ ਹਾਂ ਕਿ ਨਹੀਂ, ਉਹ ਪਤਿਤਾਂ ਦਾ ਵੀ ਉਧਾਰ ਕਰਨ ਵਾਲਾ ਹੈ, ਤਾਂ ਮੇਰੇ ਮਨ ਦੇ ਵਿੱਚ ਕੁਛ ਆਸਾ ਵੱਧ ਜਾਂਦੀ ਹੈ, ਮੇਰੇ ਮਨ ਦੇ ਵਿੱਚ ਆਸ ਪੈਦਾ ਹੋ ਜਾਂਦੀ ਹੈ। ਮੈਂ ਨਿਰਾਸ਼ਾ ਤੋਂ ਆਸ ਦੇ ਵੱਲ ਆ ਜਾਂਦਾ ਹਾਂ ਕਿ ਨਹੀਂ, ਕੀ ਹੋਇਆ ਜੇ ਮੈਂ ਭਗਤੀ ਨਹੀਂ ਕੀਤੀ, ਜੇ ਹੁਣ ਮਾੜੇ ਕਰਮਾਂ ਨੂੰ ਛੱਡ ਦੇਵਾਂਗਾ, ਅਗਾਂਹ ਤੋਂ ਇਹ ਮਨ ਦੇ ਵਿੱਚ ਦ੍ਰਿੜ ਕਰ ਲਵਾਂਗਾ ਕਿ ਮੈਂ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਤਾਂ ਉਹ ਮੈਨੂੰ ਵੀ ਆਪਣੀ ਸ਼ਰਨ ਦੇ ਵਿੱਚ ਆਉਣ 'ਤੇ ਸਤਿਗੁਰੂ ਪਾਤਸ਼ਾਹ ਆਪਣੇ ਸੁਭਾਅ ਦੇ ਅਨੁਸਾਰ ਉਹ ਪਰਮਾਤਮਾ ਮੈਨੂੰ ਵੀ ਆਪਣੇ ਗਲ ਦੇ ਨਾਲ ਲਾ ਲਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰ ਰਹੇ ਹਨ, ਭਗਤ ਬਸ਼ਲ ਸੁਣ ਹੋਤ ਹੂੰ ਉਦਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰਤਾਰ ਹੂੰ। ਕਹਿੰਦੇ ਜਦੋਂ ਮੈਂ ਸੁਣਦਾ ਹਾਂ ਕਿ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ, ਫਿਰ ਮੇਰੇ ਦਿਲ ਦੇ ਵਿੱਚ ਵੀ ਕੁਝ ਆਸ ਜੀ ਵੱਧ ਜਾਂਦੀ ਹੈ, ਮੇਰੇ ਦਿਲ ਵਿੱਚ ਇਹ ਆਸ ਵੱਧ ਜਾਂਦੀ ਹੈ ਕਿ ਉਹ ਪਤਿਤਾਂ ਦਾ ਵੀ ਉਧਾਰ ਕਰਨ ਵਾਲਾ ਹੈ। ਅਤੇ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜਦੋਂ ਮੈਂ ਇਸ ਗੱਲ ਨੂੰ ਵੇਖਦਾ ਹਾਂ ਕਿ ਉਹ ਪਰਮਾਤਮਾ ਅੰਤਰਜਾਮੀ ਹੈ, ਤਾਂ ਮੇਰਾ ਦਿਲ ਕੰਬ ਉੱਠਦਾ ਹੈ, ਮੇਰੇ ਮਨ ਨੂੰ ਇਹ ਸੋਚ ਜਿਹੀ ਲੱਗ ਜਾਂਦੀ ਹੈ ਕਿ ਉਹ ਤਾਂ ਮੇਰੇ ਅੰਦਰ ਦੀ ਹਾਲਤ ਨੂੰ ਵੀ ਜਾਣਦਾ ਹੋਏਗਾ, ਕਿਉਂਕਿ ਉਹ ਤਾਂ ਅੰਤਰਜਾਮੀ ਹੈ, ਉਸ ਨੂੰ ਮੇਰੇ ਮਾੜੇ ਕਰਮਾਂ ਦਾ ਵੀ ਪਤਾ ਹੋਏਗਾ। ਇਹ ਸੁਣ ਕੇ ਮੇਰਾ ਹਿਰਦਾ ਕੰਬ ਉੱਠਦਾ ਹੈ। ਅੰਤਰਜਾਮੀ ਸੁਣਤ ਕੰਪਤ ਹੂੰ ਅੰਤਰਗਤ। ਪਰ ਨਾਲ ਹੀ ਭਾਈ ਸਾਹਿਬ ਜੀ ਕਹਿੰਦੇ ਨੇ, ਜਦੋਂ ਮੈਂ ਸੁਣਦਾ ਹਾਂ ਕਿ ਉਹ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਤਾਂ ਫਿਰ ਮੇਰੇ ਮਨ ਨੂੰ ਹੌਸਲਾ ਮਿਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਨੇ ਜਿਵੇਂ ਕਿ ਇਸ ਸ਼ਬਦ ਦੇ ਵਿੱਚ ਕਿਹਾ ਹੈ ਕਿ ਉਹ ਵਾਹਿਗੁਰੂ ਸਭ ਦਾ ਉਧਾਰ ਕਰਨ ਵਾਲਾ ਹੈ, ਇਹੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾ ਰਹੇ ਹਨ। ਕਹਿੰਦੇ, ਹੇ ਮੇਰੇ ਪਰਮਾਤਮਾ, ਆਪਣੇ ਕੀਤੇ ਕਰਮਾਂ ਦੇ ਕਰਕੇ ਤਾਂ ਮੈਂ ਨਰਕਾਂ ਦੇ ਵਿੱਚ ਵੀ ਜਾਣ ਦੇ ਯੋਗ ਨਹੀਂ ਸੀ। ਇਹ ਤਾਂ ਤੇਰਾ ਬਿਰਧ ਹੈ, ਤੇਰਾ ਸੁਭਾਅ ਹੈ ਕਿ ਤੂੰ ਆਪਣੇ
शरण आयां दी लाज रखदा है। तू अपने सेवकां दी आप रखिया करन वाला है। मेरे मन दे विच हुण एक तसल्ली पैदा हो गई है। भाई साहब बचन करते हैं, अपनी करनी कर नरक हो ना पाऊँ ठौर, तुमरे बिरद कर आसरो समार हो। तो सतगुरु पातशाह गुरबाणी दे विच भी दस रहे हैं, ऐ मनुख असी अपने कीते हुए माड़े कर्मां करके कदे भी उस परमात्मा दे दर ते ढोई नहीं लै सकते। जे किते वो वाहिगुरू साडे कीते कर्मां दा लेखा करन लग जावे, साडे कीते हुए माड़े कर्मां नूं विचारन लग पवे, तो फिर असी कदे भी छुट नहीं सकांगे, कदे मुक्त नहीं हो सकांगे। सतगुरु पातशाह कहंदे असी तां खिन खिन ते थां थां ते भुल्लणहार हां, गलतियां करन वाले हां। ते जे किते साडे गुणां ते औगुणां दा लेखा वो परमात्मा करन लग पवे, फिर शायद साडी कदे मुक्ति ही ना होवे। लेखे कते ना छुट्टीए खिन खिन भुल्लणहार, भुलदे हाँ भुल्लां करदे हाँ। पर गुरु साहिब सतगुरु दसम पातशाह कलगीधर महाराज कहते हैं कि उस परमात्मा का सुभाव किहो जिहा है, वो तां एक तीले नूं पर्बत बना दिंदा है, भाव एक नीच मनुख नूं भी बड़ा उच्चा बना दिंदा है, बड़े उच्चे गुणां दा मालक बना दिंदा है। ते नाल ही बेनती कीती सतगुरु पातशाह ने, ऐ मेरे मालक, ऐ मेरे दाता, किरपा करो, मैं भुल्लां करन वाला हाँ ते आप भुल्लां बख्शणहार हो। जे आप भुल्लां बख्शणहार ना हुंदे तां फिर आप नूं बख्शणहार किसने कहना सी। जे मैं पतित ना हुंदा ते आप नूं पतित पावन किसने कहना सी। इसे लई तां भाई साहब भाई गुरदास जी ने आप नूं पतित पावन कहा। भगत नामदेव जी आप नूं पतित पावन कहंदे ने, पतित पावन माधो बिरद तेरा। सतगुर सच्चे पातशाह साहिब गुरु दसम पिता जी यही कह रहे हैं, भूल शिमो हमरी प्रभ आपन, भुल्लणहार ना कहो को मूसो। मेरे वर्गा कोई भुल्लणहार नहीं ते तेरे वर्गा बख्शणहार कोई नहीं। ऐ मेरे मालक, मेरियां भी भुल्लां नूं बख्श लै, मैं गलतियां करन वाला हाँ ते आप बख्शणहार हो। सतगुरु पातशाह शब्द की अगली पंक्ति दे विच बचन कर रहे हैं, संच बिख्या ले ग्राहज कीनी, अमृत मन ते डारण, काम क्रोध लोभ रत निंदा, सत संतोख विदारण। संच विख्या, संच का अर्थ हुंदा है इकट्ठी कर लेना। विख्या कहा गया है माया नूं, असल विच विख्या का अर्थ हुंदा है जहर। ते सतगुरु पातशाह ने इस दुनिया की माया दे लई जहर लफ्ज़ की वरतों की है। सतगुरु पातशाह कहते मनुख का हुण सुभाव वेख लो, परमात्मा का सुभाव तो सब नूं तारन वाला है, सब का उद्धार करन वाला है, पर मनुख का सुभाव की है, संच विख्या ले ग्राहज कीनी। ग्राहज का अर्थ हुंदा है वरतों जोग बनाउणी। सतगुरु जी कह रहे ने, संच विख्या ले ग्राहज कीनी। इस मनुख ने ये दुनिया की जिन्नी भी माया है, जिन्ने भी सुख आराम के पदार्थ है ना, ये सारी जहर इकट्ठी कर ली ते फिर इस जहर नूं, इस माया नूं बरतन जोग बना लिया। इस तरह ही बाबा फरीद जी भी कहते हैं कि मनुख की करदा है, दुनिया के पदार्थों नूं इकट्ठा करी जाता है, उपर खंड का गलेफा चढ़िया होया है, पर समझ नहीं आती क्यों ये मनुख इन्हां दुनिया के पदार्थों नूं इकट्ठा करन लग्या होया। जिहड़ी असल चीज़ सी, करनो हो तो सो ना कियो, पर यो लोभ के फंद, ये लोभ दे विच आके दुनिया दीआं इन्हां चीज़ां नूं इकट्ठियां करन लग पिया है। असल ते परमात्मा दा नाम सी, दुनिया दे विच रहिंदियां होइयां, संसार सागर दे विच विचरदियां होइयां मनुख ने उस परमात्मा दे नाल अपनी लिव जोड़ के रखनी सी, पर करन की लग पिया, संच विख्या ले ग्राहज कीनी। माया इकट्ठी कर ली, जहर रूपी पदार्थों नूं इकट्ठा कर लिया, फिर इन्हां नूं वरतों जोग बना लिया है। अमृत मन ते डारण, ते आत्मिक जीवन देन वाला उस परमात्मा का नाम अमृत। इस नूं अपने मन तो डारन का अर्थ है दूर सुट देना, पाड़ के परे कर देना, किसी चीज़ नूं लीरो लीर कर देना
कि अगे तो ये मेरे नेड़े ही ना आ सके। तो सतगुरु पातशाह कह रहे ने अमृत मन ते डारण। इस मनुख ने उस परमात्मा के सोहने नाम नूं अपने मन तो उक्का ही विसार दिता है। ये सुभाव है दुनियावी मनुख का, संसार ते आया सी उस परमात्मा दे नाल अपना सदीवी मेल करन दे लई, पर होया कि ये माया रूपी पदार्थां ने उसनूं अपने चक्रव्यूह दे विच फसा लिया। ये मनुख भुल गया कि मैं परमात्मा का भी नाम जपना सी। इसलिए सतगुरु पातशाह कह रहे ने संच विख्या ले ग्राहज किन्नी अमृत मन ते डारण। ये मनुख उस परमात्मा दे नाम नूं विसार गया है, उस परमात्मा दे नाम नूं भुला गया है ते विख्या नूं इकट्ठी करी जा रहा है। सतगुरु पातशाह इस मनुख का सुभाव बयान करते कह रहे ने काम क्रोध लोभ रत निंदा सत संतोख विदारण। इस मनुख ने विकारां दे विच फस के काम क्रोध ते लोभ वर्गे भैड़े विकारां दे नाल संग करके अपना आप इन्हां जोगा ही कर लिया है। निंदा का अर्थ है किसी की निंदा चुगली करनी। ये मनुख का सुभाव बन गया है। हर किसी की निंदा सुन के या निंदा करके इसनूं खुशी मिलती है। पर सतगुरु पातशाह कह रहे ने मनुख एक गल याद रखी, इन काम क्रोध वर्गे विकारां दे विच पै के तू अपना आप साड़ रहा है। लोभ दे विच पै के अपना समा बर्बाद कर रहा है। दूसरियां दी निंदा कर करके अपने समय नूं बर्बाद कर रहा है। पर एक गल याद रखी, जिहड़ा सब कुछ तू इकट्ठा किया है, जो माया रूपी पदार्थ इकट्ठे किए हैं, जिन्हां विकारां दे नाल तू संग किया होया है, तू भुलेखे विच पै गया है। असल विच तू तां अग ला के उपर सुत्ता होया है। बड़ा खुश हो रहा है कि मेरे कोल बड़े सुख आराम के साधन हैं। ये तो तू अपने हत्थां दे नाल आप अग लाई हुई है तो हुण बड़ा खुश हो रहा है। सतगुरु गुरु पातशाह गुरबाणी विच भी समझाउंदे ने मनुख नूं बड़ा वड्डा भुलेखा लग गया। ये राज ये माल रूप रंग सब कपट सी, एक छलावा सी, मनुख नूं समझ विच ही नहीं आया। सतगुरु जी कह रहे ने राज कपटं रूप कपटं धन कपटं कुल गर्भते। ये सारा कुछ भाई छलावा है। संचंत विख्या शलंग शिंदरंग नानक बिन हर संग न चालते। सतगुरु पातशाह कहते ने ऐ मनुख उस परमात्मा के नाम तो बिना किसी भी चीज़ ने तेरे नाल नहीं जाना। ये तो एक छलावा है, एक धोखा है। कहते वेख लो जिस तरह मनुख तुरिया जा रहा है, उसकी नज़र पई एक तुम्मे की वेल के उत्ते। दूरों वेख्या बड़ा सोहना तुम्मा है, जाके उस तुम्मे नूं तोड़ लिया, भुलेखा लग गया कि शायद खरबूजा है। सतगुरु जी उदाहरण दे रहे हैं, उस वेखण वाले मनुख नूं ये भुलेखा लग गया कि शायद यह एक खरबूजा है। उसनूं तोड़ के बाजार दे विच लै गया। जदों बाजार लैके गया तो उसका मुल अद्धी कौडी भी ना पिया। तो सतगुरु पातशाह ने बचन किया, पेखंदड़ो की भुल तुम्मा दिसम सोहना, अड ना लहंदड़ो मुल नानक साथ ना जुल्लई माया। हे भाई इस तरह माया ने भी साथ नहीं जाना। जिहड़ी माया तू इकट्ठी करदा है, इसनूं आखिर इत्थे ही छड्ड के जाना है। तो सतगुरु जी कह रहे ने इस मनुख ने जिहड़े चंगे गुण सन, जिहड़े शुभ गुण असल विच अपने हिरदे विच धारने सन, उन्हां दी जगह ते विकारां नूं जगह दित्ती है। विकारां नूं अपने हिरदे विच बसा लिया ते सत संतोख विदारण, सत संतोख वर्गे शुभ गुणां नूं हमेशा हमेशा लई अपने तो दूर कर दिता। सतगुरु पातशाह मनुख नूं समझा रहे ने कि ऐ मनुख हुण इन्हां विकारां तो बचन दा, ये दुनिया की माया तो बचन का एको ही तरीका है। सतगुरु जी दस रहे हैं, इनते काढ़ लिहो मेरे स्वामी, हार परे तुम शरण। ऐ मेरे मालक ऐ मेरे प्रभु, मेरे कोले हुण इको ही आसरा है, वो आसरा है अरदास दा। मैं तेरी शरण दे विच आ गया हाँ। सतगुरु पातशाह जीओ, हे अकाल पुरख वाहिगुरु जीओ, मैं आप दी शरण विच आ गया हाँ। इनते काढ़ लिहो मेरे स्वामी, हार परे तुम शरण। मैं इन्हां विकारां तो डर के,
इस काम क्रोध दियां वग रहीਆਂ तत्तियां हवावां तो डर के, बेकारां दियां लहरां तो डर के, लोभ दी चल रही तेज़ लहर तो डर के परमात्मा मैं तां हुण तेरी शरण दे विच आ गया हाँ, इन ते काढ़ लिहो मेरे स्वामी। काढ़ दा अर्थ है कढ़ लै। हे मेरे मालक, हे मेरे स्वामी, हे मेरे प्रभु, हुण तू ही मैनू इन्हां विकारां तो बचा लै, क्योंकि मैं इस संसार दे विच पूरी तरह खचित हो चुका हाँ ते मेरे कोल तेरे नाम तो बिना जां तेरी शरण तो बिना होर कोई साधन नहीं। मैं तेरी शरण विच आ गया हाँ ते तेरा नाम पतितां नूं पावन करन वाला है। तेरा नाम मनुख नूं इस संसार भव सागर तो बचाउण वाला है। मैं तेरी शरण विच आके अरदास करदा हाँ, इन ते काढ़ लिहो मेरे स्वामी, हार परे तुम शारण। मैं हार के, हार दा अर्थ है थक के, टुट के, ऐ मेरे मालक मैं तेरी शरण विच आ गया हाँ। ते भगत रविदास जी भी यही बेनती करते हैं, ऐ मेरे दाता मैनू इस संसार तो आप ही बचा लै। गुरतार तारन हारिया हम डोलत बेड़ी पाप भरी है, सानू बचा लै। साडी यह बेड़ी जो सानू इस संसार ते तू सोहना शरीर दे के भेजिया सी कि इस शरीर दे विच जाके मनुखा देही विच जाके उस परमात्मा दे नाम नू याद करना है। मैं इस नू विसार दिता। हुण मेरा यह शरीर रूपी बेड़ा छलनी छलनी होया पिया है। इस दे विच इन्ने शेक हन कि हर टाइम मेरे डुब्बण दा डर बनिया रहिंदा है। ऐ मेरे मालक तू मैनू आप ही तार सकदा है। यही गल भगत कबीर जी ने भी कही है। कबीर बेड़ा जर्जरा फुटे 6000। साध संगत जी ख्याल करना, जे किते बेड़े दे विच एक सुराख हो जावे, एक छेक हो जावे तो हौली हौली वह बेड़ा समुंदर विच जांदियां पानी नाल भर के डुब जाया करदा है। ते भगत कबीर जी तां कह रहे हैं कि मनुख तेरा तां सारा ही बेड़ा छलनी छलनी होया पिया है, जंगाल दे नाल बुरी तरह इस दे विच छेक हो चुके हैं। कबीर बेड़ा जर्जरा फुटे 6000, हरुए हरुए तर गए डूबे जिन सिर पार। भाई जेड़े हौले सन, जिन्हां दे सिर ते विकारां दा कोई भार ही नहीं सी, इस संसार समुंदर तो पार हो गए। पर जिन्हां ने सिर दे उपर पापां दी पंड चुकी हुई सी, विकारां दा भार जिन्हां ने सिर ते चुक्या होया सी, इस संसार समुंदर दे विच ही डुब गए। ते सतगुरु पातशाह अगे यही बेनती कर रहे हैं, नानक की बेनंती प्रभ पै साध संग रंक तारण। नानक की बेनंती प्रभ पै साध संग रंक तारण। ऐ मेरे मालक मैं एक रंक हाँ। रंक का अर्थ हुंदा है कंगाल, जिहनूं दुनिया दे विच बहुत ही गरीब मन्निया जावे, पहनण दे लई कपड़ा ना होवे, खाण लई 2 वक्त की रोटी ना मिलती होवे, रहण लई सिर ते छत ना होवे, दर दर भटकदा फिरदा होवे, उस नूं असीं दुनियावी मनुख रंक कह दिंदे हाँ, कहंदे हाँ ये तां कंगाल है। ते ऐ मेरे मालक गुरु अर्जन देव जी महाराज कह रहे हैं, ए वाहिगुरू हे दाता मैं भी हुण कंगाल हो गया हाँ, क्योंकि मेरे कोले शुभ गुणा रूपी पूंजी नहीं है, मेरे कोल तां विकारां दा भार है, इस करके मैं गरीब हाँ। ते आप मेरी बेनती सुनो, किरपा करके मैनू इस संसार सागर तो पार उतारा कर दिओ। नानक की बेनंती प्रभ पै साध संग रंक तारण। हे मेरे वाहिगुरू जीओ मैं गरीब हाँ, कंगाल हाँ, गुणा रूपी पूंजी मेरे कोले नहीं है। धर्म नूं मैं अपना के भी अपने अंदर शुभ गुणा नूं धारण ना कीता, तेरे नाम नूं जपण दी मैं खेचल नहीं कीती, सत संतोख नूं अपने हिरदे विच नहीं बसाया। मैं इस संसार तो इस संसार दी बाजी नूं हार के जा रहा हाँ। जुए दे विच अपने इस मनुखा शरीर नूं अमोलक शरीर नूं हरा दिता है। ऐ मेरे मालक मैं हुण तेरे दर ते अरदास करदा हाँ, तेरी शरण दे विच आ गया हाँ। किरपा करो मेरे गरीब दे उत्ते भी किरपा कर दिओ ते मैनू अपनी मेहर दी नज़र दे नाल बख्श लो
तुमरी शरण तुम्हारी आसा, तुम ही सज्जन सुहेले, राखो राखणहार दयाला, नानक कर के गोले। ऐ मेरे मालक, मैं तेरे घर दा दास हाँ, गोला हाँ, किरपा करो मैं तेरी शरण विच आके ये अरदास करदा हाँ, जोदड़ी करदा हाँ मेरे माधो, तेरा तां सुभाਅ ही यह है, सुनियत प्रभ तो सगल उदाहरण। जिहड़ी गल पातशाह ने रहाओ दे बंद विच कही सी, सुनियत प्रभ तो सगल उदाहरण, मोहो मगन पतित संग प्राणी, ऐसे मने विसारण। ऐ मेरे मालक, तू सारे जीवां दा उद्धार करन वाला है, ते मैं हुण तेरी शरण विच आके बेनती करदा हाँ, जोदड़ी करदा हाँ, तुमरी शरण तुम्हारी आसा। मैं तेरी शरण विच हाँ, मैनू केवल आप दी शरण दा ही आसरा है। करो किरपा, मैनू भी इस संसार सागर तो बचा लो। ते असी भी उस मालक प्रभु दे अगे यही जोदड़ी करनी है। हे वाहिगुरू जीओ, जो पिछले कीते कर्म हन, उन्हां नूं भुला के, उन्हां नूं छड्ड के असी तेरी शरण विच आए हाँ। तेरी शरण विच आके ये दृढ़ संकल्प करते हाँ कि अगे तो पाप नहीं करांगे, माड़े कर्म नहीं करांगे, काम क्रोध लोभ मोह अहंकार वर्गियां भैड़ियां बादियां नूं, निंदा चुगली नूं छड्ड के आप जी दे नाम नाल जुड़ के अंजन माहे निरंजन रहन वाली जो सिक्ख्या आपने दिती है, इस सिक्ख्या नूं अपने हिरदे विच धारण करके ऐ मेरे माधो पतित पावन स्वामी, हुण तेरे नाम दे नाल इस संसार तो पार उतारा चाहुंदे हाँ। करो किरपा, नानक की बेनंती प्रभ पै, साध संग रंक तारण। ऐ मेरे मालक, मैनू भी इस संसार सागर तो तार लै, क्योंकि तू सारिਆਂ ਦਾ ही उद्धार करन वाला है। ਤੇ ਜਦੋਂ ਹਿਰਦੇ ਦੇ ਵਿੱਚੋਂ ਇਹ ਅਰਦਾਸ ਉੱਠੇਗੀ, ਇਹ ਬੇਨਤੀ ਉੱਠੇਗੀ, ਤਾਂ ਉਹ ਪਰਮਾਤਮਾ ਬਖਸ਼ਣਹਾਰ ਹੈ, ਸਭ ਦੀਆਂ ਹੀ ਭੁੱਲਾਂ ਬਖਸ਼ਣ ਵਾਲਾ ਹੈ। ਉਹ ਮਾਲਕ ਸਭ ਦਾ ਹੀ ਪਾਰ ਉਤਾਰਾ ਕਰਨ ਵਾਲਾ ਹੈ। ਫਿਰ ਮਨੁੱਖ ਦੇ ਜਦੋਂ ਹਿਰਦੇ ਵਿੱਚੋਂ ਰੋ ਕੇ ਇਹ ਅਰਦਾਸ ਨਿਕਲਦੀ ਹੈ, ਤਾਂ ਉਹ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਇਸ ਗਾਡੀ ਰਾਹ ਦੇ ਉੱਤੇ ਤੋਰ ਕੇ ਆਪਣੀ ਸ਼ਰਨ ਦੇ ਵਿੱਚ ਲਿਆ ਕੇ ਫਿਰ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹਨ। ਸਤਿਗੁਰੂ ਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਤੇ ਨਾਲ ਹੀ ਗੁਰੂ ਚਰਨਾਂ ਦੇ ਵਿੱਚ ਸਦਾ ਹੀ ਅਰਦਾਸ ਕਰਦੇ ਰਹੀਏ, ਐ ਮੇਰੇ ਮਾਲਕ, ਜਿਸ ਕੰਮ ਦੇ ਲਈ ਆਪਨੇ ਇਸ ਸੰਸਾਰ ਸਾਗਰ ਤੇ ਇਸ ਮਾਸ ਦੇ ਇੱਕ ਲੋਥੜੇ ਦੇ ਵਿੱਚ ਛੋਟੀ ਜਿਹੀ ਆਤਮਾ ਨੂੰ ਪਾ ਕੇ ਭੇਜਿਆ ਹੈ, जिस कारज लिए आपने संसार ते भेजा है, उस कारज नूं कंवल दे फुੱਲ वांग इस संसार दी माया दे विच रहिंदियां होयां भी अपने आप नूं माया तो निर्लेप रख के आप दे नाम सिमरन दे विच जुड़ जाइए। केवल ते केवल साडे जीवन दा आदर्श, साडे जीवन दा मनोरथ भई प्राप्त, मानुख देहरिया गोविंद मिलन की यह तेरी बरिया बन जाए। फिर साडे ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣਗੇ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।